ਅੱਜ ਇੱਕ ਗੁਰਮੁਖ ਪਿਆਰੇ ਨਾਲ ਗੱਲ ਹੋ ਰਹੀ ਸੀ। ਤੇ ਮੇਰਾ ਖਿਆਲ ਇਹ ਹੋਇਆ ਕਿ ਇਹ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਜਾਵੇ। ਉਹ ਗੁਰਮੁਖ ਪਿਆਰਾ ਕਹਿ ਰਿਹਾ ਸੀ ਕਿ ਘਰ ਦੇ ਪਰਿਵਾਰ ਦੇ ਮੈਂਬਰ ਜਾਂ ਘਰ ਵਾਲੀ ਕਹਿ ਲਓ, ਉਹ ਜਿੰਨਾ ਕੁ ਰੱਸਾ ਛੱਡਦੇ ਹਨ ਓਨੇ ਕੁ ਹੀ ਦੂਰ ਤੱਕ ਅਸੀਂ ਜਾਂਦੇ ਹਾਂ। ਭਾਵ ਕਿ ਰੱਸਾ ਉਹਨਾਂ ਦੇ ਹੱਥ ਦੇ ਵਿੱਚ ਹੈ, ਘਰ ਦੇ ਮੈਂਬਰਾਂ ਦੇ। ਉਹ ਜਿੰਨਾ ਕੁ ਢਿੱਲਾ ਛੱਡਦੇ ਆ ਓਨੀ ਕੁ ਦੂਰ ਤੱਕ ਅਸੀਂ ਜਾਂਦੇ ਹਾਂ, ਫਿਰ ਵਾਪਸ ਖਿੱਚ ਲੈਂਦੇ ਆ। ਤੇ ਜ਼ਿਆਦਾਤਰ ਲੋਕਾਂ ਦਾ ਇਹੋ ਹੀ ਖਿਆਲ ਹੈ ਵੀ ਰੱਸਾ ਪਿਛਲਿਆਂ ਦੇ ਹੱਥ ਦੇ ਵਿੱਚ ਹੈ। ਕਹਿੰਦੇ ਹਨ ਨਾ, ਸ਼ਾਦੀ ਵਿਵਾਹ ਬੰਧਨ ਹੈ, ਬੰਧਨ ਦਾ ਭਾਵ ਵੀ ਰੱਸਾ। ਤੇ ਰੱਸਾ ਜਿਹਦੇ ਹੱਥ ਵਿੱਚ ਹੈ ਉਹ ਖਿੱਚ ਲੈਂਦਾ। ਜਿਵੇਂ ਪਸ਼ੂ ਦੇ ਗਲ ਦੇ ਵਿੱਚ ਰੱਸਾ ਹੋਵੇ ਤੇ ਆਪਾਂ ਪਸ਼ੂ ਨੂੰ ਖਿੱਚ ਲੈਂਦੇ, ਪਰ ਬੰਦੇ ਦੇ ਵੀ ਐਸਾ ਪਿਆ ਹੋਇਆ ਹੈ ਰੱਸਾ। ਸਥੂਲ ਤੇ ਨਹੀਂ ਦਿਖਦਾ ਹੈ ਆਪਾਂ, ਪਰ ਸੂਖਸ਼ਮ ਤਲ ਤੇ ਹੈ। ਪਰ ਖਿਆਲ ਇਹ ਰੱਖਣ ਯੋਗ ਹੈ ਗੱਲ, ਉਹਨੂੰ ਵੀ ਮੈਂ ਕਹੀ ਸੀ ਵੀ ਅਗਰ ਘਰ ਦੇ ਰੱਸਾ ਕੱਟ ਵੀ ਦੇਣ, ਖੋਲ ਵੀ ਦੇਣ ਗਲੇ ਚੋਂ, ਸੁਤੰਤਰ ਕਰ ਦੇਣ ਵੀ ਜਾ ਤੇਰੀ ਮਰਜ਼ੀ ਹੈ, ਜਿੱਥੇ ਮਰਜ਼ੀ ਜਾ, ਮੈਂ ਕਿਹਾ ਫਿਰ ਵੀ ਤੁਸੀਂ ਮੁੜ ਕੇ ਸ਼ਾਮ ਨੂੰ ਘਰੇ ਹੀ ਜਾਓਗੇ। ਜ਼ਿਆਦਾ ਸੰਭਾਵਨਾ ਇਹ ਹੋਈ। ਜੇ ਘਰ ਦੇ ਛੱਡ ਵੀ ਦੇਣ ਵੀ ਜਾ ਜਿੱਥੇ ਮਰਜ਼ੀ ਜਾਣਾ ਹੈ, ਤੇ ਜ਼ਿਆਦਾਤਰ ਲੋਕ ਜਿਹੜੇ ਹਨ ਉਹ ਮੁੜ ਕੇ ਫਿਰ ਘਰ ਨੂੰ ਹੀ ਜਾਂਦੇ ਆ। ਬਹੁਤਿਆਂ ਨੂੰ ਵਿਰਾਗ ਵੀ ਹੋ ਜਾਂਦਾ ਹੈ, ਘਰ-ਬਾਰ ਛੱਡ ਕੇ ਚਲੇ ਜਾਂਦੇ ਹਨ, ਪਰ ਕੁਝ ਚਿਰ ਬਾਹਰ ਧੱਕੇ ਖਾ ਕੇ ਘੁੰਮ ਫਿਰ ਕੇ ਫਿਰ ਘਰ ਆ ਜਾਂਦੇ। ਘਰ ਦੀ ਯਾਦ ਆਉਂਦੀ ਰਹਿੰਦੀ। ਤੁਸੀਂ ਵੀ ਦੇਖਿਆ ਹੀ ਹੈ ਨਾ, ਘਰੋਂ ਦੂਰ ਜਾਓ ਤੇ ਥੋੜੇ ਦਿਨਾਂ ਬਾਅਦ ਘਰ ਦੀ ਯਾਦ ਆਉਣੀ ਸ਼ੁਰੂ ਹੋ ਜਾਂਦੀ। ਤੇ ਹੌਲੀ 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 ਯਾਦ ਵੱਧਦੀ। ਹਾਂ, ਕੋਈ ਦੂਰ ਚਲੇ ਜਾਵੇ ਵਿਦੇਸ਼ ਦੇ ਵਿੱਚ ਤੇ ਪਹਿਲੇ ਤੇ ਬਹੁਤ ਯਾਦ ਆਉਂਦੀ ਹੈ, ਨੌਜਵਾਨਾਂ ਨੂੰ ਵੀ ਬਹੁਤ ਆਉਂਦੀ। ਫਿਰ ਧੀਰੇ 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 ਉਹਨਾਂ ਦਾ ਮਨ ਉੱਧਰ ਲੱਗ ਜਾਂਦਾ ਕਾਰੋਬਾਰ ਦੇ ਵਿੱਚ। ਫਿਰ ਸ਼ਾਦੀ ਹੋ ਜਾਵੇ ਤੇ ਉੱਧਰ ਹੀ ਮੋਹ ਪਿਆਰ ਪੈ ਜਾਂਦਾ, ਬੱਚੇ ਹੋ ਜਾਣ ਉਹਨਾਂ ਨਾਲ ਮੋਹ ਪਿਆਰ ਪੈ ਗਿਆ, ਫਿਰ ਪਿਛਲਾ ਭੁੱਲ ਜਾਂਦਾ ਹੈ। ਪਰ ਪਹਿਲੇ ਬਹੁਤ ਯਾਦ ਆਉਂਦਾ ਹੈ। ਤੇ ਜੇ ਉਹ ਰੱਸਾ ਖੋਲ ਵੀ ਦੇਣ ਤਾਂ ਵੀ ਬੜਾ ਔਖਾ ਹੈ। ਫਿਰ ਵੀ ਆਦਮੀ ਮੁੜ ਕੇ, ਦੂਸਰੀ ਗੱਲ ਇਹ ਵੀ ਹੈ ਵੀ ਜਿੱਥੇ ਆਦਮੀ ਰਿਹਾ ਹੁੰਦਾ ਹੈ, ਬਚਪਨ ਤੋਂ ਰਹੇ ਹੋ ਤੁਸੀਂ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ, ਜਿਸ ਮਾਹੌਲ ਦੇ ਵਿੱਚ ਰਿਹਾ ਹੈ ਕੋਈ, ਉਸ ਮਾਹੌਲ ਦੇ ਵਿੱਚ ਹੀ ਰਹਿਣਾ ਚਾਹੁੰਦਾ ਹੈ, ਉਹਦਾ ਆਦੀ ਵੀ ਹੋ ਜਾਂਦਾ ਹੈ। ਜਿਹੜੇ ਆਪਾਂ ਮਾਹੌਲ 'ਚ ਰਹੇ ਹਾਂ, ਅਗਰ ਕੋਈ ਸ਼ਹਿਰ 'ਚ ਰਹਿ ਰਿਹਾ ਹੈ ਉਹ ਸ਼ਹਿਰ ਦਾ ਆਦੀ ਹੋ ਜਾਂਦਾ, ਕੋਈ ਪਿੰਡ 'ਚ ਰਹਿ ਰਿਹਾ ਪਿੰਡ ਦਾ ਆਦੀ ਹੋ ਜਾਂਦਾ, ਤਾਂ ਉਸ ਮਾਹੌਲ ਦੇ ਵਿੱਚ ਰਹਿਣ ਦਾ ਵੀ ਆਦੀ ਹੋ ਜਾਂਦਾ ਹੈ। ਉਸ ਪਰਿਵਾਰ ਦੇ ਵਿੱਚ ਹੁਣ ਕਈ ਬੰਦੇ ਹਨ ਘਰਾਂ ਦੇ ਵਿੱਚ ਰਹਿੰਦੇ, ਉਹਨਾਂ ਨੂੰ ਅਨੁਭਵ ਵੀ ਹੋਵੇਗਾ, ਜਿਹੜੇ ਜੀ ਰਹੇ ਹਨ ਲਾਈਫ ਗ੍ਰਸਤੀ ਦੀ, ਵੀ ਘਰ ਵਾਲੀ ਘਰ ਹੋਵੇ ਤੇ ਆਦਮੀ ਸੋਚਦਾ ਹੈ ਵੀ ਕੁਛ ਚਿਰ ਵਾਸਤੇ ਪੇਕੇ ਚਲੇ ਜਾਵੇ, ਥੋੜੀ ਜਿਹੀ ਦੂਰ ਹੋਵੇ। ਕਈਆਂ ਦੀ ਰੋਜ਼ ਕਿਚ ਕਿਚ ਹੁੰਦੀ ਰਹਿੰਦੀ ਹੈ, ਕੋਈ ਨਾ ਕੋਈ ਲੜਾਈ ਝਗੜਾ। ਕਈ ਇਸਤਰੀਆਂ ਨੂੰ ਬੋਲਣ ਦੀ ਵੀ ਆਦਤ ਜ਼ਿਆਦਾ ਹੁੰਦੀ ਹੈ, ਜਾਂ ਬੰਦੇ ਵੀ ਐਸੇ ਹੈ, ਕਈ ਇਸਤਰੀਆਂ ਵੀ ਸੋਚਦੀਆਂ ਥੋੜੀ ਦੇਰ ਵਾਸਤੇ ਦੂਰ ਚਲੇ ਜਾ, ਪਰ ਉਹ ਜਦੋਂ ਚਲੇ ਜਾਵੇ ਦੂਰ ਫਿਰ ਚੇਤੇ ਆਉਂਦੀ ਹੈ ਕਿ ਫਟਾਫਟ ਘਰ ਆ ਜਾਵੇ। ਉਹ ਤੋਂ ਬਗੈਰ ਵੀ ਨਹੀਂ ਆਦਮੀ ਦਾ ਚਿੱਤ ਲੱਗਦਾ।
आदमी का मन ऐसा है। फिर बार बार यो ख्याल आई जाऊगा भी वह घर हो। आदमी की आदत भी बन जाती है जिथे रह रहा है, जेड़े परिवार जिस तरह रह रहे। ते दूसरी गल है मोह। फिर जिहड़ा ये मोह है ना, ये दो तरफा है। यह गल ख्याल विच रखण योग है। एक तो है सथूल चीज़ां दे नाल मोह। जिवें आपां लै लईए भी कोठी दे नाल किसे दा मोह है, कोठी बड़े प्यार ना बनाई, चाहत ना बनाई, बहुत वधिया बनाई, बड़ा ध्यान दिता, ते कोठी दे नाल मोह पै गया। पर कोठी दे नाल मोह एक तरफा है। बंदा ही पा रहा है, कोठी वालों नहीं है, मेरा है, बंदे वालों ही है ना। एक तरफा है। कोठी थोड़ी कह रही है भी मेरा मालिक है, वो तो जिहड़ा मर्जी मालिक आ जाए। ते जिहड़ियां जड़ वस्तु हन, कार है, कार दे नाल भी एक तरफा होवेगा, पर तुहाडे परिवार दे नाल एक तरफा नहीं है, उत्थे दो तरफा है। तुहाडा भी परिवार दे नाल है ते परिवार दा भी तुहाडे नाल है। तुहाडा बच्चियां नाल है, बच्चियां दा तुहाडे नाल है। उत्थे दो तरफा मोह है। फिर एक तरफा ही जिहड़ा मोह है तोड़ना कठिन है। जिवें मैं कहा भी कर दे रस्सा खोल भी देण तां भी आदमी बहुत ही दूर नहीं जाता है, वापस मुड़ के फिर घरे चले जाता है। चलो कोई हिम्मत कर भी लवे, ज्यादा ही वैराग होवे, त्याग होवे, पर जिहड़ा दूसरे पासे मोह है वो तो नहीं टुटिया है। फिर जिहड़ा दूसरे पासे मोह है उन्हां नूं भी दुख होवेगा। जिवें इउं समझ लवो भी जिवें किसे नूं दूर भेजण होवे आपां नूं, जां आपां दूर जाना होवे ते आपां नूं दुख हुंदा है, इदां दूसरे नूं भी हुंदा ही है ना। उन्हां दा जिहड़ा दुख है, उन्हां दी परेशानी तो एडी छेती छुट्टण थोड़ी देणगे। जिवें इवें समझ लवो तुसीं भुपिंदर सिंह दिल्ली तो मेरे कोल शिमले आया सी, ते शिमले तो मेरे नाल ही इत्थे शांत बेले आ गया। तो ਉਹਦਾ ਇੱਥੇ ਰਹਿਣ ਦਾ ਵਿਚਾਰ ਸੀ ਕੁਛ ਦਿਨ, ਪਰ ਉਹਨੂੰ ਛੇਤੀ ਹੀ ਜਾਣਾ ਪਿਆ। ਕਾਰਨ ਕੀ ਹੈ? ਇਹੋ ਹੀ ਮੋਹ। ਉਹਦੇ ਘਰ ਵਾਲੀ ਦਾ ਫੋਨ ਆ ਗਿਆ ਵੀ ਮੰਮੀ ਡੈਡੀ ਨੇ, ਮਾਤਾ ਪਿਤਾ ਨੇ ਰੋਟੀ ਪਾਣੀ ਛੱਡ ਦਿੱਤਾ ਹੈ, ਤੇ ਸਾਰੇ ਰਿਸ਼ਤੇਦਾਰਾਂ ਨੂੰ ਨਾ ਫੋਨ ਕਰ ਦਿੱਤਾ ਵੀ ਤੁਸੀਂ ਆ ਸਾਡੇ ਬੱਚਿਆਂ ਦਾ ਧਿਆਨ ਰੱਖ ਲਿਓ ਤੇ ਸਾਡੀ ਹੁਣ ਤਿਆਰੀ, ਅਸੀਂ ਨਹੀਂ ਬਚਣਾ। ਪਤਾ ਨਹੀਂ ਉਹਨਾਂ ਨੇ ਛੱਡੀ ਹੈ ਕਿ ਨਹੀਂ ਛੱਡੀ, ਪਰ ਉਹਦੀ ਘਰ ਵਾਲੀ ਨੇ ਇਦਾਂ ਕਿਹਾ ਵੀ ਰੋਟੀ ਪਾਣੀ ਛੱਡ ਕੇ ਬੈਠ ਗਏ ਹਨ ਤੇ ਉਹ ਕਮਜ਼ੋਰ ਹੁੰਦੇ ਜਾਂਦੇ, ਵੀ ਜਿੰਨਾ ਚਿਰ ਮੁੰਡਾ ਨਹੀਂ ਆਉਂਦਾ ਹੈ ਉਹਨਾਂ ਚਿਰ ਅਸੀਂ ਰੋਟੀ ਨਹੀਂ ਖਾਣੀ। ਹੁਣ ਦੇਖੋ ਤੁਸੀਂ ਖਿਆਲ ਕਰੋ, ਇਹਦਾ ਤਾਂ ਚਲੋ ਥੋੜਾ ਬਹੁਤਾ ਮੋਹ ਘਟਿਆ ਹੋਵੇਗਾ, ਇੱਥੇ ਆਣ ਕੇ ਬਹੁਤੇ ਚੇਤੇ ਨਹੀਂ ਆਏ, ਮੈਨੂੰ ਵੀ ਪਤਾ ਹੈ। ਤੇ ਕੁਛ ਬਜ਼ੁਰਗਾਂ ਨੂੰ ਇਹਨੇ ਕਹਿ ਵੀ ਦਿੱਤਾ ਸੀ ਵੀ ਤੁਸੀਂ ਆਪਣਾ ਖਿਆਲ ਖੁਦ ਰੱਖੋ, ਬਹੁਤਾ ਮੇਰੇ ਤੇ ਨਿਰਭਰ ਨਾ ਰਹੋ। ਤਾਂ ਉਹਦਾ ਕਾਰਨ ਵੀ ਹੋ ਸਕਦਾ ਹੈ ਵੀ ਮੁੰਡਾ ਸਾਡੇ ਹੱਥੋਂ ਜਾ ਰਿਹਾ ਹੈ। ਤੇ ਇਹ ਵੀ ਹੈਰਾਨ, ਇਹ ਭੁਪਿੰਦਰ ਸਿੰਘ ਕਹਿੰਦਾ ਵੀ ਮੈਂ ਬਹੁਤ ਵਾਰਾਂ ਬਹੁਤ ਜਗ੍ਹਾ ਗਿਆ ਹਾਂ,
ਕਦੀ ਏਦਾਂ ਨਹੀਂ ਕੀਤਾ ਹੈ ਮੇਰੇ ਮਾਤਾ ਪਿਤਾ ਨੇ। ਮੈਂ ਵਿਦੇਸ਼ਾਂ ਦੇ ਵਿੱਚ ਵੀ ਗਿਆ ਤੇ ਕਾਫੀ ਸਮਾਂ ਬਾਹਰ ਰਿਹਾ, ਪਰ ਹੁਣ ਕੀ ਹੋਇਆ ਹੋਵੇਗਾ? ਮੈਂ ਕਿਹਾ ਹੁਣ ਇਹੋ ਹੀ ਹੋਇਆ ਵੀ ਤੂੰ ਮੇਰੇ ਕੋਲ ਆ ਗਿਆ। ਮੇਰੇ ਬਾਰੇ ਉਹ ਜਾਣਦੇ ਹਨ ਵੀ ਉਹਨਾਂ ਕੋਲ ਜਿਹੜਾ ਚਲੇ ਗਿਆ ਉਹ ਵਿਗੜ ਗਿਆ, ਸਮਝ ਲਓ, ਤੇ ਸਾਡੇ ਦਾ ਯੋਗਾ ਨਹੀਂ ਰਿਹਾ। ਤਾਂ ਉਹਨਾਂ ਨੂੰ ਡਰ ਹੋਵੇਗਾ, ਕਿਉਂਕਿ ਸੁਣਦੇ ਤੇ ਹੋਣਗੇ ਹੀ, ਥੋੜਾ ਬਹੁਤ ਗੱਲਬਾਤ ਤੇ ਹੁੰਦੀ ਹੋਵੇਗੀ, ਤਾਂ ਉਹਨਾਂ ਨੂੰ ਇੱਕ ਡਰ, ਇੱਕ ਭੈ ਬੈਠ ਗਿਆ ਵੀ ਸਾਡੇ ਹੱਥੋਂ ਹੀ ਨਾ ਨਿਕਲ ਜਾਵੇ। ਫਿਰ ਵਿਦੇਸ਼ ਦੇ ਵਿੱਚ ਜਾਵੇ ਕੋਈ ਤੇ ਫਿਰ ਆਉਣ ਵਾਸਤੇ ਨਹੀਂ ਕੋਈ ਕਹਿੰਦਾ ਹੈ। ਦੇਖੋ ਤੁਸੀਂ, ਕਮਾਲ ਦੀ ਗੱਲ, ਇੱਥੇ ਸੇਵਾ ਕਰਨ ਵਾਸਤੇ ਵੀ ਆਉਂਦੇ ਹਨ ਨਾ ਗੁਰਮੁਖ ਪਿਆਰੇ, ਉਹ ਵੀ ਕਈ ਵਾਰ ਗੱਲ ਕਰਨਗੇ ਵੀ ਤੁਹਾਡੇ ਕੋਲ ਇੱਥੇ 2 ਰਾਤਾਂ ਰਹਿ ਜਾਈਏ ਨਾ ਤੇ ਘਰ ਦੇ ਬਹੁਤ ਨਾਰਾਜ਼ ਹੋ ਜਾਂਦੇ, ਤੁਹਾਨੂੰ ਕੰਮ ਦਾ ਨਹੀਂ ਫਿਕਰ, ਘਰ ਦੀ ਨਹੀਂ ਫਿਕਰ, ਨਿਆਣਿਆਂ ਦੀ ਨਹੀਂ ਫਿਕਰ, ਤਾਂ ਬਹੁਤ ਨਾਰਾਜ਼ ਹੋ ਜਾਂਦੇ। ਜੇ ਕਹਿੰਦੇ ਅਸੀਂ ਵਿਦੇਸ਼ 'ਚ ਚਲੇ ਜਾਈਏ, ਭਾਵੇਂ 2-4 ਮਹੀਨੇ ਨਾ ਮੁੜੀ, ਕਿਸੇ ਨੇ ਨਹੀਂ ਕਹਿਣਾ ਹੈ। ਸਗੋਂ ਕਹਿਣਗੇ ਕੋਈ ਗੱਲ ਨਹੀਂ, ਤੂੰ ਠਹਿਰ ਕੇ ਆਏ, ਇੱਥੇ ਸਰੀ ਜਾਂਦਾ, ਬੜਾ ਵਧੀਆ ਕਾਰੋਬਾਰ ਚੱਲੀ ਜਾਂਦਾ, ਹਾਲੇ ਛੇਤੀ ਨਹੀਂ। ਤੇ ਜੇ ਵਿਦੇਸ਼ ਚਲੇ ਜਾਈਏ ਤਾਂ ਫਿਰ ਠੀਕ ਹੈ ਵੀ ਮੁੜ ਕੇ ਆ ਜਾਣਾ ਹੈ, ਨਾਲੇ ਕਮਾਈ ਕਰਨ ਗਿਆ ਹੋਵੇਗਾ ਤੇ ਵਧੀਆ। ਤੇ ਜਿਹਦਾ ਪਤਾ ਹੈ ਵੀ ਉਹਦੇ ਕੋਲ ਚਲੇ ਗਿਆ, ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ। ਨਾਲੇ ਦੂਸਰੀ ਗੱਲ ਹੈ ਵੀ ਉੱਥੇ ਗਿਆ ਹੈ ਤੂੰ ਕੋਈ ਕਮਾਈ ਤੇ ਕਰਨ ਨਹੀਂ ਗਿਆ ਹੈ, ਬਾਹਰੋਂ ਤੇ ਕਮਾਈ ਦਿਖਦੀ ਨਹੀਂ ਹੈ ਨਾ, ਇਹ ਕਮਾਈ ਹੋਰ ਹੈ, ਬਾਹਰਲੀ ਤੇ ਹੈ ਨਹੀਂ, ਤੇ ਲੋਕਾਂ ਨੂੰ ਬਾਹਰਲੀ ਕਮਾਈ ਚਾਹੀਦੀ। ਤੇ ਐਸਾ ਵੀ ਨਹੀਂ ਹੈ ਵੀ ਇਹ ਉੱਥੇ ਕੁਝ ਕਰ ਰਿਹਾ ਸੀ, ਬਿਲਕੁਲ ਵਿਹਲਾ ਸੀ, ਕੁਝ ਵੀ ਨਹੀਂ ਸੀ ਕਰਦਾ। ਤੇ ਇਹਦੇ ਮਾਤਾ ਪਿਤਾ ਵੀ ਸਮਝਦਾਰ ਹਨ, ਮਾਤਾ ਵੀ ਟੀਚਰ ਰਹੀ ਹੈ ਪਹਿਲਾਂ, ਪਿਤਾ ਵੀ ਇਹਨਾਂ ਦੇ ਕਾਫੀ ਸਰਵਿਸ ਕਰਦੇ ਰਹੇ, ਚੰਗੇ ਸਮਝਦਾਰ। ਪਰ ਮੋਹ ਦੀਆਂ ਤੰਦਾਂ ਬਹੁਤ ਗਹਿਰੀਆਂ ਹੁੰਦੀਆਂ ਤੇ 2 ਤਰਫਾ ਹੈ ਮੋਹ। ਇੱਕ ਤੇ ਤੁਹਾਡਾ ਹੈ ਉਹਨਾਂ ਦੇ ਨਾਲ, ਉਹ ਕਠਿਨ ਹੈ ਤੋੜਨਾ। ਫਿਰ ਦੂਸਰਾ ਉਹਨਾਂ ਦਾ ਹੈ ਤੁਹਾਡੇ ਨਾਲ, ਉਹਨਾਂ ਨੂੰ ਵੀ ਬੜੀ ਕਠਿਨਾਈ ਹੋਵੇਗੀ, ਛੇਤੀ ਤੋੜ ਨਹੀਂ ਦੇਣਗੇ। ਇਸੇ ਕਰਕੇ ਇਹੋ ਹੀ ਕਾਰਨ ਹੈ। ਤੇ ਕਈਆਂ ਦਾ ਇਹ ਰਿਕਾਰਡਿੰਗ ਸੁਣ ਕੇ ਧਿਆਨ ਹਟਦਾ ਹੈ ਆਪਣੇ ਪਰਿਵਾਰ ਵੱਲੋਂ, ਬੱਚਿਆਂ ਵੱਲੋਂ, ਘਰ ਵੱਲੋਂ, ਕਾਰੋਬਾਰ ਵੱਲੋਂ, ਤੇ ਦੂਸਰੇ ਬਰਦਾਸ਼ਤ ਨਹੀਂ ਕਰਦੇ। ਬਹੁਤ ਝਗੜੇ ਵੀ ਹੁੰਦੇ ਹਨ ਕਈਆਂ ਘਰਾਂ ਦੇ ਵਿੱਚ, ਤੇ ਸਮੱਸਿਆ 2 ਤਰਫਾ ਹੀ ਹੈ, ਮੋਹ 2 ਤਰਫਾ ਹੈ। ਪਰ ਇੱਕ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਜੋ ਬਹੁਤ ਜ਼ਰੂਰੀ, ਮੌਲਿਕ ਹੈ, ਉਹ ਇਹ ਹੈ ਵੀ ਤੁਸੀਂ ਇਕੱਲੇ ਹੋਣ ਤੋਂ ਡਰਦੇ ਹੋ। ਕੋਈ ਵੀ ਆਦਮੀ ਇਕੱਲਾ ਨਹੀਂ ਹੋਣਾ ਚਾਹੁੰਦਾ, ਉਹ ਦੂਸਰੇ ਤੇ ਨਿਰਭਰ ਹੈ, ਦੂਸਰੇ ਦੇ ਸਹਾਰੇ ਜੀਣਾ ਚਾਹੁੰਦਾ ਹੈ। ਜਿਵੇਂ ਹੁਣ ਬਜ਼ੁਰਗ ਵੀ ਹਨ, ਤੇ ਕੀ ਹੈ ਉੱਥੇ ਨਹੁੰ ਹੈ ਉਹਨਾਂ ਦੀ ਸੇਵਾ ਕਰਨ ਵਾਸਤੇ, ਤੇ ਕੋਈ ਸਮੱਸਿਆ ਨਹੀਂ ਹੈ, ਪਰ ਜਿਹਦੇ ਨਾਲ ਰਹਿ ਰਹੇ ਹਨ ਉਹ ਤੇ ਨਿਰਭਰ ਹਨ, ਉਹ ਤੋਂ ਬਗੈਰ ਨਹੀਂ ਰਹਿ ਸਕਦੇ। ਉਹ ਭਾਵੇਂ ਕੋਲ ਉੱਦਾਂ ਹੀ ਹੋਵੇ, ਉਹਨਾਂ ਨੂੰ ਸੰਤੁਸ਼ਟੀ ਹੈ ਵੀ ਸਾਡੇ ਕੋਲ ਹੈ ਕੋਈ, ਭਾਵੇਂ ਕੰਮ ਕੋਈ ਵੀ ਨਾ ਆਵੇ। ਕੰਮ ਤੇ ਕੋਈ ਵੀ ਨਹੀਂ ਆਵੇਗਾ, ਜਦੋਂ ਮੌਤ ਆਵੇਗੀ ਕੋਈ ਕੰਮ ਥੋੜ੍ਹੀ ਆਉਂਦਾ ਹੈ, ਆਪਣਾ ਵੀ ਨਹੀਂ ਆਉਂਦਾ, ਕੋਈ ਬਚਾਉਂਦਾ ਥੋੜ੍ਹੀ ਹੈ, ਭਾਵੇਂ ਆਪਣੇ ਕੋਲ ਬੈਠੇ ਰਹਿਣ, ਪਰ ਖਿਆਲ ਹੈ ਨਾ ਕਿ ਆਪਣਾ ਹੈ ਕੋਲ। ਤੇ ਆਦਮੀ ਨਿਰਭਰ ਹੈ ਦੂਸਰੇ ਤੋਂ। ਇਹ ਆਮ ਕਹਾਵਤ ਵੀ ਹੈ, ਮਾਈਆਂ ਅਕਸਰ ਕਹਿ ਦਿੰਦੀਆਂ ਹੁੰਦੀਆਂ ਵੀ ਰੱਬ ਕਰੇ ਪੰਛੀ ਵੀ ਇਕੱਲੇ ਨਾ ਹੋਣ, ਕੋਈ ਇਕੱਲਾ ਨਾ ਹੋ। ਇਕੱਲੇਪਨ ਤੋਂ ਆਦਮੀ ਡਰਦਾ ਹੈ, ਘਬਰਾਉਂਦਾ ਹੈ, ਇਕੱਲਾ ਨਹੀਂ ਹੋਣਾ ਚਾਹੁੰਦਾ। ਇਹੋ ਹੀ ਕਾਰਨ ਹੈ ਵੀ ਆਦਮੀ
ਜਿਵੇਂ ਇਕੱਲਾ ਨਹੀਂ ਹੋਣਾ ਚਾਹੁੰਦਾ ਹੈ ਨਾ ਜਿਹੜਾ, ਉਹ ਧਿਆਨ ਦੇ ਵਿੱਚ ਵੀ ਨਹੀਂ ਜਾ ਸਕਦਾ। ਧਿਆਨ ਦੇ ਵਿੱਚ ਵੀ ਆਦਮੀ ਇਕੱਲਾ ਹੀ ਹੋ ਜਾਂਦਾ ਹੈ। ਫਿਰ ਗਹਿਰੇ ਧਿਆਨ ਦੇ ਵਿੱਚ ਉੱਥੇ ਨਾਲ ਥੋੜੀ ਕੋਈ ਹੁੰਦਾ। ਪਰਮਾਤਮਾ ਇਕੱਲਾ ਹੀ ਹੈ, ਦੋ ਚਾਰ ਪਰਮਾਤਮਾ ਥੋੜੀ। ਹਾਂ, ਉਹ ਇਕਾਈ ਦੀ ਤਰ੍ਹਾਂ ਇਕੱਲਾ ਨਹੀਂ ਹੁੰਦਾ ਹੈ, ਸਮੱਗਰ ਦੀ ਤਰ੍ਹਾਂ ਇਕੱਲਾ ਹੁੰਦਾ ਹੈ। ਪਰ ਪਹਿਲਾਂ ਇਕਾਈ ਦੀ ਤਰ੍ਹਾਂ ਇਕੱਲਾ ਹੋਣਾ ਪਵੇਗਾ, ਬੂੰਦ ਦੀ ਤਰ੍ਹਾਂ ਇਕੱਲਾ ਹੋਣਾ ਪਵੇਗਾ। ਮਿਟਣਾ ਹੈ ਬਾਅਦ ਦੇ ਵਿੱਚ। ਤੇ ਆਦਮੀ ਇਕੱਲਾ ਹੋਣ ਤੋਂ ਡਰਦਾ, ਇਸੇ ਕਰਕੇ ਕਈ ਧਿਆਨ ਦੇ ਵਿੱਚ ਜਾਣੋਂ ਵੀ ਡਰਦੇ ਹਨ। ਧਿਆਨ ਮੌਤ ਵਰਗਾ ਹੈ। ਇਹੋ ਹੀ ਕਾਰਨ ਹੈ, ਲਿਖਿਆ ਹੋਇਆ ਹੈ ਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਉਹ ਸਬਨ ਕੀ ਰੇਣਕਾ ਤਾ ਆਓ ਹਮਾਰੇ ਪਾਸ। ਮਰਨਾ ਹੈ। ਧਿਆਨ ਮੌਤ ਵਰਗਾ ਹੈ। ਜਿਵੇਂ ਇਵੇਂ ਸਮਝ ਲਓ, ਮੌਤ ਕਰਦੀ ਕੀ ਹੈ? ਆਦਮੀ ਨੂੰ ਇਕੱਲਾ ਕਰ ਦਿੰਦੀ। ਮੌਤ ਇੱਕੋ ਹੀ ਕੰਮ ਕਰਦੀ ਹੈ ਵੀ ਆਦਮੀ ਨੂੰ ਇਕੱਲਾ ਕਰ ਦਿੰਦੀ, ਸਾਰਿਆਂ ਨਾਲੋਂ ਛਡਾ ਦਿੰਦੀ। ਜਿੰਨੇ ਵੀ ਆਪਣੇ ਹਨ, ਜੋ ਵੀ ਦਿਖ ਰਿਹਾ ਹੈ ਸੰਸਾਰ, ਸਾਰਾ ਛੁੱਟ ਜਾਂਦਾ ਹੈ ਨਾ ਮੌਤ ਵੇਲੇ। ਆਦਮੀ ਇਕੱਲਾ ਹੋ ਜਾਂਦਾ, ਤੇ ਇਕੱਲੇ ਹੋਣ ਤੋਂ ਆਦਮੀ ਡਰਦਾ ਹੈ। ਇਸ ਕਰਕੇ ਮੌਤ ਤੋਂ ਡਰਦਾ, ਮੌਤ ਤੋਂ ਇਸੇ ਕਰਕੇ ਡਰਦਾ ਹੈ ਨਾ। ਤੇ ਧਿਆਨ ਵੀ ਮੌਤ ਵਰਗਾ ਹੀ ਹੈ। ਤਦੇ ਵਾਰ ਵਾਰ ਕਿਹਾ ਹੈ, ਆਪ ਗਵਾਈਏ ਤਾਂ ਸੋ ਪਾਈ। ਮਿਟ ਜਾਣਾ ਹੈ, ਮਰ ਜਾਣਾ ਹੈ। ਤੇ ਧਿਆਨ ਦੇ ਵਿੱਚ ਵੀ ਫਿਰ ਇਕੱਲੇ ਹੋਣਾ ਹੈ। ਤੇ ਆਦਮੀ ਜਿਹੜਾ ਇਕੱਲੇ ਹੋਣ ਤੋਂ ਡਰਦਾ ਹੈ, ਦੂਸਰਿਆਂ ਤੇ ਨਿਰਭਰ ਹੈ, ਦੂਸਰੇ ਦਾ ਸੰਗ ਸਾਥ ਚਾਹੁੰਦਾ ਹੈ ਵੀ ਦੂਸਰਾ ਕੋਈ ਹੋਵੇ, ਇਕੱਲਾ ਨਹੀਂ ਹੁੰਦਾ। ਤੁਸੀਂ ਇਉਂ ਸੋਚ ਲਵੋ ਵੀ ਕਿਸੇ ਟਾਪੂ ਦੇ ਉੱਪਰ ਤੁਸੀਂ ਇਕੱਲੇ ਹੀ ਹੋ, ਕੋਈ ਨਾ ਹੋਵੇ, ਤੁਸੀਂ ਬੜੇ ਭੈਭੀਤ ਹੋ ਜਾਓਗੇ। ਇਕੱਲੇ ਡਰਦਾ ਹੈ ਆਦਮੀ। ਇਸਤਰੀਆਂ ਤਾਂ ਜ਼ਿਆਦਾ ਡਰਦੀਆਂ ਇਕੱਲੇਪਨ ਬੰਦੇ ਨਾਲੋਂ। ਤੇ ਜਿਹੜਾ ਇਕੱਲੇ ਹੋਣ ਤੋਂ ਡਰਦਾ ਹੈ, ਉਹ ਤਾਂ ਪਹਿਲੀ ਗੱਲ ਇਕਾਗਰ ਹੀ ਨਹੀਂ ਹੋ ਸਕਦਾ। ਪਹਿਲਾਂ ਤਾਂ ਇਕਾਗਰ ਹੋਣਾ ਹੈ, ਇਕੱਲਾਪਨ। ਜਿਵੇਂ ਮੈਂ ਕਿਹਾ ਹੈ ਵੀ ਇਕਾਈ ਦੇ ਵਿੱਚ ਇਕੱਲਾ ਹੋਣਾ, ਇਕਾਗਰ ਹੋਣਾ। ਇਕਾਗਰ ਦਾ ਕੀ ਅਰਥ ਹੁੰਦਾ ਹੈ? ਵੀ ਧਿਆਨ ਸਿਰਫ ਆਪਣੇ ਤੇ ਹੀ ਹੋਵੇ, ਤੁਸੀਂ ਇਕੱਲੇ ਹੀ ਹੋ, ਹੋਰ ਕੋਈ ਨਹੀਂ ਹੈ। ਤੇ ਜਦੋਂ ਤੁਸੀਂ ਇਕੱਲੇ ਹੋ ਗਏ ਨਾ, ਫਿਰ ਤੁਸੀਂ ਸਮਰਪਿਤ ਹੋਣਾ, ਫਿਰ ਸਾਗਰ ਦੇ ਵਿੱਚ ਮਿਲਣਾ। ਜਿਵੇਂ ਇਵੇਂ ਸਮਝ ਲਓ ਤੁਸੀਂ, ਅਕਸਰ ਆਮ ਬਹੁਤੇ ਪ੍ਰੇਮੀ ਇਹ ਪੰਕਤੀਆਂ ਪੜ੍ਹਦੇ ਵੀ ਹਨ, ਪਰ ਇਹਨਾਂ ਦਾ ਅਰਥ ਹੋਰ ਕਰਦੇ ਹਨ। ਸਾਧੂ ਕੋ ਮਿਲਨੇ ਜਾਈਏ, ਸਾਥ ਨ ਲੀਜੈ ਕੋਈ, ਪਾਛੇ ਪਾਉ ਨ ਦੀਜੀਏ, ਆਗੇ ਹੋਏ ਸੋ ਹੋਏ। ਕਹਿੰਦੇ ਸਾਧੂ ਨੂੰ ਮਿਲਣ ਵਾਸਤੇ ਜਾਈਏ ਨਾ, ਤੇ ਕਿਸੇ ਨੂੰ ਨਾਲ ਨਾ ਲਈਏ। ਸਾਥ ਨਾ ਲੀਜੈ ਕੋਈ। ਹੁਣ ਅਕਸਰ ਜ਼ਿਆਦਾਤਰ ਲੋਕ ਇਹੋ ਹੀ ਅਰਥ ਕਰਦੇ ਹਨ ਵੀ ਕਿਸੇ ਨੂੰ ਨਾਲ ਲੈ ਕੇ ਨਾ ਜਾਓ ਸਾਧੂ ਕੋਲ, ਪਰ ਇਹ ਅਰਥ ਨਹੀਂ ਹੈ। ਸਗੋਂ ਜ਼ਿਆਦਿਆਂ ਨੂੰ ਨਾਲ ਲੈ ਕੇ ਜਾਓ, ਜ਼ਿਆਦੇ ਦਾ ਭਲਾ ਹੋ। ਅਰਥ ਹੋਰ ਹੈ। ਅਰਥ ਹੈ ਵੀ ਅੰਦਰੋਂ ਇਕੱਲੇ ਹੋ ਕੇ ਜਾਣਾ, ਅੰਦਰੋਂ ਇਕਾਗਰ ਹੋ ਕੇ ਜਾਣਾ। ਬਾਹਰੋਂ ਨਹੀਂ ਕਿਹਾ ਹੈ ਉਹਨਾਂ ਨੇ, ਬਾਹਰ ਕਿਸੇ ਨੂੰ ਸਾਥ ਨਾ ਲੈ ਕੇ ਜਾਓ। ਉਹ ਜਥਿਆਂ ਦੇ ਵਿੱਚ ਹੀ ਆਉਂਦੇ ਰਹੇ ਹਨ ਗੁਰੂਆਂ ਨੂੰ ਮਿਲਣ ਵਾਸਤੇ, ਸਿੱਖ ਸੰਗਤਾਂ ਨਹੀਂ। ਅੰਦਰੋਂ ਇਕੱਲੇ ਹੋ ਕੇ ਆਉਣਾ। ਅੰਦਰੋਂ ਦਾ ਕੀ ਭਾਵ ਹੈ? ਅੰਦਰੋਂ ਇਕੱਲੇ ਹੋਣ, ਜਿਵੇਂ ਕਹਿੰਦੇ ਇੱਕ ਸੂਫੀ ਫਕੀਰ ਕੋਲ ਕੋਈ ਸਾਧਕ ਚਲੇ ਗਿਆ ਤੇ ਕਹਿੰਦਾ ਜੀ ਮੈਂ ਘਰ-ਬਾਰ ਛੱਡ ਕੇ, ਪਰਿਵਾਰ ਛੱਡ ਕੇ, ਬੱਚੇ ਛੱਡ ਕੇ, ਸਾਰਿਆਂ ਨੂੰ ਛੱਡ ਕੇ ਨਾ ਫਿਰ ਤੁਹਾਡੇ ਕੋਲ ਆਇਆ। ਉਹਨਾਂ ਨੇ ਗੌਰ ਨਾਲ ਦੇਖਿਆ ਉਸ ਨੌਜਵਾਨ ਨੂੰ,
ਕਹਿੰਦੇ ਤੂੰ ਛੱਡ ਕੇ ਕੁਝ ਵੀ ਨਹੀਂ ਆਇਆ। ਸਾਰੇ ਪਰਿਵਾਰ ਦੇ ਮੈਂਬਰ ਤੇਰੇ ਅੰਦਰ ਹੀ ਮੌਜੂਦ ਹਨ, ਹਾਲੇ ਵੀ ਬੱਚੇ ਹਨ, ਪਰਿਵਾਰ ਹੈ, ਘਰ ਦੀ ਹੈ, ਉਹ ਸਾਰੇ ਮੌਜੂਦ। ਛੱਡ ਕੇ ਕਿੱਥੇ ਆਇਆ ਹੈ? ਕੱਲਾ ਨਹੀਂ ਨਾ ਆਇਆ ਹੈ, ਪਰਿਵਾਰ ਨਾਲ ਲੈ ਕੇ ਆਇਆ ਹੈ। ਇਹੋ ਹੀ ਮੈਂ ਕੱਲ ਕਹਿ ਰਿਹਾ ਸੀ ਨਾ, ਬਾਹਰੋਂ ਪਹਿਲਾਂ ਤੁਸੀਂ ਆਪਣੇ ਤੱਕ ਆ ਜਾਓ, ਭਾਵ ਕਿ ਇਕਾਗਰ ਹੋ ਜਾਓ। ਬਾਹਰਲਿਆਂ ਨਾਲ ਸੰਗ ਸਾਥ ਛੱਡੋ, ਬਾਹਰਲਿਆਂ ਤੋਂ ਧਿਆਨ ਹਟਾਓਗੇ ਤਾਂ ਹੀ ਇਕਾਗਰ ਹੋਗੇ ਨਾ। ਇਕਾਗਰ ਦਾ ਭਾਵ ਹੈ ਵੀ ਬਾਹਰੋਂ ਧਿਆਨ ਹਟਾਉਣਾ, ਦੂਸਰਿਆਂ ਤੋਂ ਇਕਾਗਰ ਹੋਣਾ, ਇਕੱਲੇ ਹੋਣਾ, ਇੱਕ ਹੋ ਜਾਣਾ। ਹੁਣ ਇੱਕ ਹੋਗੇ, ਸਾਥ ਨਾ ਲੀਜੇ ਕੋਈ, ਤਾਂ ਹੀ ਮਿਲਣ ਜਾਓਗੇ ਨਾ, ਤੇ ਮਿਲਾਪ ਵੀ ਤਾਂ ਹੀ ਹੋਵੇਗਾ। ਇਕੱਲੇ ਦਾ ਹੀ ਮਿਲਾਪ ਹੋਵੇਗਾ, ਇਕਾਗਰਤਾ ਦਾ ਹੀ ਮਿਲਾਪ ਹੋਵੇਗਾ। ਇੱਕ ਹੋਵੋਗੇ ਤਾਂ ਹੀ ਮਿਲਾਪ ਹੋਵੇਗਾ। ਤੇ ਦੂਸਰਿਆਂ ਵੱਲੋਂ ਧਿਆਨ ਹਟਾਉਣਾ, ਇਕਾਗਰ ਹੋਣਾ, ਆਪਣੇ ਤੱਕ ਪਹੁੰਚ ਜਾਣਾ ਕਹਿ ਲਈ। ਤੁਸੀਂ ਇਕੱਲੇ ਹੀ ਰਹਿ ਜਾਓ ਤੇ ਉਸ ਤੋਂ ਬਾਅਦ ਮਰਨਾ ਕਬੂਲ ਕਰ ਲੈਣਾ, ਭਾਵ ਕਿ ਮਿਟ ਜਾਣਾ ਕਬੂਲ। ਹੁਣ ਤੁਸੀਂ ਇਕੱਲੇ ਰਹਿ ਗਏ, ਇਕੱਲੇ ਹੀ ਮਿਟ ਸਕਦੇ ਹੋ, ਇਕੱਲੇ ਹੀ ਸਮਰਪਿਤ ਹੋ ਸਕਦੇ ਹੋ। ਤੇ ਪਹਿਲਾਂ ਇਕਾਗਰ ਹੋਣਾ ਹੈ। ਇਕਾਗਰਤਾ ਦਾ ਇਹੋ ਹੀ ਅਰਥ ਹੈ, ਤੁਸੀਂ ਬਹੁਤ ਵਾਰ ਸੁਣਿਆ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਕਾਗਰਤਾ ਦਾ ਹੋਰ ਵੀ ਬਹੁਤ ਜਗ੍ਹਾ ਜ਼ਿਕਰ ਆਇਆ ਹੈ। ਆਮ ਤੌਰ ਲੋਕ ਇਹੋ ਹੀ ਸਮਝਦੇ ਹਨ ਇਕਾਗਰ ਵੀ ਇੱਕ ਸ਼ਬਦ ਦਾ ਕੋਈ ਜਾਪ ਕਰ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ, ਉਹਨੂੰ ਇਕਾਗਰ ਕਹਿ ਦਿੰਦੇ ਹਨ। ਨਹੀਂ, ਇਕਾਗਰ ਦਾ ਅਰਥ ਹੈ ਵੀ ਕੋਈ ਵੀ ਵਿਚਾਰ ਨਹੀਂ, ਕਿਸੇ ਦਾ ਧਿਆਨ ਨਹੀਂ, ਕਿਸੇ ਦੀ ਯਾਦ ਨਹੀਂ, ਕੋਈ ਸੰਕਲਪ ਨਹੀਂ, ਕੋਈ ਫੁਰਨਾ ਨਹੀਂ, ਕੋਈ ਬਾਹਰ ਦੀ ਸੋਚ ਨਹੀਂ। ਇਕਾਗਰਤਾ ਦਾ ਅਰਥ ਹੈ ਵੀ ਤੁਸੀਂ ਇਕੱਲੇ ਹੀ ਬੈਠੇ ਹੋਏ ਹੋ, ਆਪਣੇ ਧਿਆਨ ਦੇ ਵਿੱਚ ਤੁਸੀਂ ਹੀ ਹੋ ਮੌਜੂਦ, ਇਕੱਲੇ ਇਕਾਗਰ। ਇਕਾਗਰ ਆਪਣੇ ਅੱਗੇ ਆਪ ਹੀ ਬੈਠੇ ਹੋਏ, ਜਾਂ ਪ੍ਰਮਾਤਮਾ ਦੇ ਅੱਗੇ ਬੈਠੇ ਹੋਏ, ਜਾਂ ਗੁਰੂ ਦੇ ਅੱਗੇ ਬੈਠੇ ਹੋਏ। ਇਕਾਗਰ ਗੁਰੂ ਦੇ ਅੱਗੇ ਬੈਠੇ ਹੋ ਤੇ ਇਕੱਲੇ ਹੋ, ਤੇ ਇਕੱਲੇ ਦੇ ਨਾਲ ਇਕੱਲੇ ਦੀ ਗੱਲਬਾਤ ਹੋ ਜਾਂਦੀ। ਹੁਣ ਜੇ ਬਹੁਤੇ ਪਰਿਵਾਰ ਦੇ ਮੈਂਬਰ ਤੁਹਾਡੇ ਵਿੱਚ ਅੰਦਰ ਘੁੰਮ ਰਹੇ ਹਨ, ਫਿਰ ਗੱਲਬਾਤ ਵੀ ਨਹੀਂ ਨਾ ਹੋਣੀ ਹੈ। ਫਿਰ ਤਾਂ ਉਹਨਾਂ ਦੀ ਯਾਦ ਘੁੰਮ ਰਹੀ, ਵਿਚਾਰ ਘੁੰਮ ਰਹੀ ਹੈ, ਸੋਚ ਘੁੰਮ ਰਹੀ। ਇਕਾਗਰ, ਕੁਛ ਵੀ ਸੋਚ ਨਹੀਂ ਰਹੇ ਹੋ, ਸਿਰਫ ਬੈਠੇ ਹੋਏ ਹੋ, ਮੌਜੂਦ ਹੋ, ਬੈਠਣ ਦੇ ਵਿੱਚ ਪੂਰੇ ਤੋਂ ਪੂਰੇ ਇਕਾਗਰ ਹੋ। ਤੇ ਪਹਿਲਾਂ ਇਕਾਗਰ ਹੋਣਾ, ਤੇ ਇਕਾਗਰ ਹੋਣਾ ਵੀ ਬਹੁਤ ਕਠਿਨ ਹੈ। ਇਹ ਵੀ ਮਰਨ ਦੇ ਮੁਤਾਬਕ ਹੀ ਹੈ, ਬਰਾਬਰ ਹੀ ਇਕਾਈ ਹੋ ਜਾਣਾ। ਤੇ ਧਿਆਨ ਤੁਹਾਨੂੰ ਇਕੱਲਾ ਕਰਦਾ ਹੈ, ਇਕੱਲੇ ਹੋਣਾ ਹੈ। ਜਿਹੜਾ ਇਕੱਲੇਪਨ ਤੋਂ ਡਰਦਾ ਹੈ ਨਾ, ਉਹ ਧਿਆਨ ਦੇ ਵਿੱਚ ਨਹੀਂ ਜਾ ਸਕਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣੀ। ਭਾਵੇਂ ਪਰਿਵਾਰ 'ਚ ਹੀ ਹੋਵੋ ਤੁਸੀਂ, ਫਿਰ ਵੀ ਇਕੱਲੇ ਹੋਣਾ ਹੈ ਅੰਦਰ। ਧਿਆਨ ਇਕੱਲਾ ਕਰਦਾ ਹੈ, ਬਿਲਕੁਲ ਇਕੱਲੇ ਨਿਰਲੇਪ ਹੋ ਜਾਣਾ। ਜਿਵੇਂ ਮੌਤ ਦੇ ਵਿੱਚ ਇਕੱਲਾ ਹੋ ਜਾਂਦਾ, ਮਰਨ ਤੋਂ ਬਾਅਦ ਇਕੱਲਾ ਹੀ ਹੋ ਜਾਂਦਾ। ਇਸੇ ਕਰਕੇ ਮਰਨੋਂ ਡਰਦਾ ਹੈ। ਤੇ ਜਿਹੜਾ ਮਰਨੋਂ ਨਹੀਂ ਡਰਦਾ, ਉਹਦਾ ਮਤਲਬ ਇਹ ਹੋਈ ਉਹ ਇਕੱਲੇ ਹੋਣੋਂ ਨਹੀਂ ਡਰਦਾ। ਜਿਹੜਾ ਮਰਨੋਂ ਨਹੀਂ ਡਰਦਾ, ਉਹ ਇਕੱਲੇ ਹੋਣੋਂ ਵੀ ਨਹੀਂ ਡਰਦਾ। ਜਿਵੇਂ ਕਬੀਰ ਜੀ ਕਹਿੰਦੇ ਨਾ, ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਉਹਦਾ ਅਰਥ ਇਹ ਹੋਈ, ਜਿਸ ਮਰਨੇ ਤੇ ਡਰ, ਭਾਵ ਕਿ ਉਹ ਧਿਆਨ ਦੇ ਵਿੱਚ ਜਿਹੜਾ ਮਰਨਾ ਹੈ, ਉਹਦੇ ਤੋਂ ਵੀ ਡਰ ਰਿਹਾ ਹੈ ਜੱਗ ਸਾਰਾ। ਇਸ ਕਰਕੇ ਕੋਈ ਜਾ ਨਹੀਂ ਨਾ ਰਿਹਾ ਹੈ। ਮੌਤ ਦਾ ਭੈ ਹੈ, ਇਹ ਤੇ ਵਾਸਤਵਿਕ ਤੁਹਾਨੂੰ ਦਿਖਦਾ ਹੈ, ਪਰ ਮੌਤ ਨਾਲੋਂ ਵੀ ਜ਼ਿਆਦਾ ਭੈ ਧਿਆਨ ਦਾ, ਧਿਆਨ ਦੇ ਵਿੱਚ ਮਿਟਣ ਦਾ। ਕਿਉਂਕਿ
ਮੌਤ ਜਿਹੜੀ ਹੈ ਬਾਹਰ ਸਰੀਰ ਨੂੰ ਮਿਟਾਉਂਦੀ, ਤੁਹਾਨੂੰ ਨਹੀਂ ਮਿਟਾਉਂਦੀ, ਪਰ ਧਿਆਨ ਦੇ ਵਿੱਚ ਤੇ ਸਭ ਕੁਝ ਮਿਟ ਜਾਂਦਾ। ਉੱਥੇ ਤੇ ਮੈਂ ਵੀ ਨਹੀਂ ਰਹਿ ਜਾਣੀ, ਟੋਟਲ ਮਿਟ ਜਾਣਾ। ਤੇ ਪਹਿਲਾਂ ਬੂੰਦ ਦੀ ਤਰ੍ਹਾਂ ਇਕੱਲਾ ਹੋਣਾ, ਇਕਾਗਰ ਹੋਣਾ, ਇਕਾਈ ਦੀ ਤਰ੍ਹਾਂ ਇਕੱਲੇ ਹੋਣਾ। ਤੇ ਫਿਰ ਜਿਹੜਾ ਇਕਾਈ ਦੀ ਤਰ੍ਹਾਂ ਇਕੱਲਾ ਹੋ ਗਿਆ ਜਾਂ ਲਹਿਰ ਦੀ ਤਰ੍ਹਾਂ ਇਕੱਲਾ ਹੋ ਗਿਆ, ਲਹਿਰ ਹੀ ਰਹਿ ਗਈ। ਹੁਣ ਲਹਿਰ ਦੂਸਰੀਆਂ ਲਹਿਰਾਂ ਬਾਰੇ ਨਹੀਂ ਸੋਚ ਰਹੀ, ਇਕੱਲੀ ਰਹਿ ਗਈ। ਬੂੰਦ ਦੀ ਤਰ੍ਹਾਂ ਇਕੱਲਾ ਰਹਿ, ਉਹ ਫਿਰ ਸਾਗਰ 'ਚ ਭੇਦ ਹੋ ਜਾਂਦਾ, ਫਿਰ ਸਮੱਗਰ ਦੀ ਤਰ੍ਹਾਂ ਇਕੱਲਾ ਹੋ ਜਾਂਦਾ। ਫਿਰ ਵੀ ਉਹ ਇਕੱਲਾ ਹੀ ਹੁੰਦਾ, ਉਹ ਸਮੱਗਰ ਦੀ ਤਰ੍ਹਾਂ ਹੁੰਦਾ, ਸਾਰਾ ਕੁਝ ਉਹਦੇ ਵਿੱਚ ਹੁੰਦਾ ਹੈ ਤੇ ਉਹ ਇਕੱਲਾ ਹੀ ਹੁੰਦਾ। ਮੈਂ ਹੀ ਮੈਂ ਹੂੰ ਔਰ ਦੂਸਰਾ ਕੋਈ ਨਹੀਂ। ਉਹਨੂੰ ਇਉਂ ਮਹਿਸੂਸ ਹੁੰਦਾ ਕਿ ਕੋਈ ਤੇ ਇਕੱਲੇ ਹੋਣਾ ਹੈ। ਤੇ ਸਾਰੇ ਧਿਆਨ ਤੋਂ ਮੁਕਤ ਹੋਣਾ ਹੈ। ਦੂਸਰਿਆਂ ਵੱਲ ਧਿਆਨ ਜਿੰਨਾ ਘਟੇਗਾ ਓਨੇ ਹੀ ਤੁਸੀਂ ਆਪਣੇ ਵੱਲ ਧਿਆਨ ਕਰੋਗੇ, ਇਕੱਲੇ ਹੋਗੇ। ਦੂਸਰਿਆਂ ਨਾਲ ਇਕੱਲੇ ਥੋੜ੍ਹੀ ਹੋ, ਤੁਸੀਂ ਆਪਣੇ ਨਾਲ ਇਕੱਲੇ ਹੋਣਾ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਫਿਰ ਬੰਧਨ ਦੋ ਤਰਫਾ ਹੈ, ਤੁਹਾਡਾ ਵੀ ਹੈ ਤੇ ਦੂਸਰਿਆਂ ਦਾ ਵੀ। ਤੇ ਤੁਸੀਂ ਤੋੜੋਗੇ ਤਾਂ ਵੀ ਤਕਲੀਫ ਹੋਵੇਗੀ ਦੂਸਰਿਆਂ ਨੂੰ, ਤੇ ਦੂਸਰੇ ਵੀ ਛੇਤੀ ਟੁੱਟਣ ਨਹੀਂ ਦੇਣਗੇ। ਇਹੋ ਹੀ ਕਾਰਨ ਹੈ ਪਰਿਵਾਰਾਂ ਦੇ ਵਿੱਚ ਬਹੁਤ ਸਮੱਸਿਆ ਪੈਦਾ ਹੋ ਜਾਂਦੀ, ਕਿਉਂਕਿ ਇੱਕ ਮੋਹ ਤੋੜਨਾ ਚਾਹੁੰਦਾ ਹੈ, ਦੂਸਰੇ ਟੁੱਟਣ ਨਹੀਂ ਦੇਣਾ ਚਾਹੁੰਦੇ। ਦੂਸਰੇ ਬਹੁਤ ਅੜਿੱਕਾ ਬਣਦੇ ਹਨ, ਬੜੀ ਪਰੇਸ਼ਾਨੀ, ਕਈ ਤੇ ਹਿੰਸਕ ਵੀ ਹੋ ਜਾਂਦੇ ਹਨ। ਬਹੁਤ ਕਠਿਨ ਹੈ। ਦੂਸਰਾ ਚਾਹੁੰਦਾ ਨਹੀਂ ਹੈ ਕੋਈ ਮੇਰੇ ਨਾਲ ਮੋਹ ਤੋੜੇ, ਕੋਈ ਵੀ ਨਹੀਂ ਚਾਹੁੰਦਾ। ਪਹਿਲਾਂ ਤਾਂ ਤੁਸੀਂ ਨਹੀਂ ਚਾਹੁੰਦੇ ਹੋ, ਤੁਸੀਂ ਦੂਰ ਨਹੀਂ ਜਾਣਾ ਚਾਹੁੰਦੇ ਹੋ। ਜਿਵੇਂ ਉਹ ਗੁਰਮੁਖ ਪਿਆਰੇ ਨੇ ਕਿਹਾ ਹੈ ਨਾ ਵੀ ਜਿੰਨਾ ਕੁ ਰੱਸਾ ਕਰਦੇ ਛੱਡਦੇ ਹਨ ਉਨੀ ਕੁ ਦੂਰ ਜਾਂਦੇ ਹਨ। ਤੇ ਰੱਸਾ ਵੀ ਗਲੋਂ ਲਾਹ ਦੇਣ ਤੁਹਾਡੇ ਤਾਂ ਵੀ ਤੁਸੀਂ ਦੂਰ ਨਹੀਂ ਜਾਂਦੇ ਹੋ। ਸੋਚ ਕਰਕੇ ਤੇ ਜਾ ਹੀ ਨਹੀਂ ਰਹੇ ਹੋ, ਸੋਚ ਵਿਚਾਰ ਫਿਰ ਘਰ ਦੀ ਚੱਲਦੀ ਰਹਿੰਦੀ। ਜਿਵੇਂ ਐਵੇਂ ਸਮਝ ਲਵੋ ਕਈ ਪਸ਼ੂ ਤੁਸੀਂ ਦੇਖਿਆ ਹੋਵੇਗਾ, ਜਿੱਥੇ ਉਹ ਵੱਜਦੇ ਹਨ ਜਿਹੜੇ ਖੁੰਡ ਨਾਲ, ਕਿੱਲੇ ਨਾਲ, ਉੱਥੋਂ ਤੁਸੀਂ ਛੱਡ ਦਿਓ ਉਹਨੂੰ, ਤੋ ਸ਼ਾਮ ਨੂੰ ਘੁੰਮ ਕੇ ਫਿਰ ਉੱਥੇ ਖੁੰਡ ਤੇ ਖੜਾ ਹੋਵੇਗਾ। ਆਦਤ ਪੈ ਗਈ ਨਾ ਖੁੰਡ ਤੇ, ਇੱਕੋ ਖੁੰਡ ਤੇ ਵੱਜਾ ਹੋਇਆ ਹੈ, ਤਾਂ ਉਹਨੂੰ ਵੀ ਆਦਤ ਪੈ ਜਾਂਦੀ, ਪਸ਼ੂ ਨੂੰ ਵੀ। ਪਸ਼ੂ ਵੀ ਮੁੜ ਘਿੜ ਕੇ ਉੱਥੇ ਹੀ ਆਵੇਗਾ ਜਿੱਥੇ ਉਹ ਵੱਜਦਾ ਹੈ, ਜਿੱਥੇ ਉਹ ਰਹਿੰਦਾ ਹੈ। ਦੇਖੋ ਕਮਾਲ ਦੀ ਗੱਲ, ਉਹ ਵੀ ਵੱਜਣ ਨੂੰ ਤਿਆਰ ਹੈ ਉਸੇ ਖੁੰਡ ਨਾਲ, ਫਿਰ ਆ ਕੇ। ਏਦਾਂ ਹੀ ਬੰਦੇ ਦੀ ਵੀ ਆਦਤ ਹੈ ਇੱਕ ਖੁੰਡ ਤੇ ਰਹਿਣ ਦੀ। ਉਹ ਵੀ ਵੱਜਾ ਹੋਇਆ, ਸੂਖਸ਼ਮ ਰੱਸਿਆਂ ਨਾਲ ਸਭ ਵੱਜੇ ਹੋਏ ਆ। ਦਿਖਦੇ ਨਹੀਂ ਹਨ ਰੱਸੇ, ਬੜੇ ਸੂਖਸ਼ਮ ਹਨ, ਪਰ ਸਭ ਵੱਜੇ ਹੋਏ। ਇਹਨੂੰ ਹੀ ਬੰਧਨ ਕਿਹਾ ਹੈ। ਬੰਧਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ। ਕਹਿੰਦੇ ਉਹ ਬੰਧਨ ਮੁਕਤ ਆਖਿਆ ਜਾਂਦਾ ਹੈ ਜਿਹੜਾ ਮਰ ਗਿਆ, ਦੂਸਰਿਆਂ ਵੱਲੋਂ ਮਰ ਗਿਆ। ਜਿਹੜਾ ਮਰ ਗਿਆ ਉਹ ਬੰਧਨ ਮੁਕਤ ਹੋਊਗਾ ਨਾ, ਜੀਂਦਾ ਬੰਧਨ ਮੁਕਤ ਕਿਵੇਂ ਹੋ ਜੂ? ਐਸਾ ਨਹੀਂ ਸਰੀਰ ਕਰਕੇ ਮਰ ਗਿਆ, ਸਰੀਰ ਕਰਕੇ ਮਰ ਗਿਆ ਤਾਂ ਵੀ ਨਹੀਂ ਬੰਧਨ ਮੁਕਤ ਹੁੰਦਾ, ਕਿਉਂਕਿ ਮੋਹ ਮਮਤਾ ਤੇ ਲੱਗੀ ਹੋਈ ਹੈ, ਹੋਰ ਸਰੀਰ ਧਾਰਨ ਕਰ ਲਊਗਾ ਤੇ ਫਿਰ ਚੱਲ ਪਊ ਅੱਗੇ ਗੱਡੀ। ਤੇ ਸਰੀਰ ਮਿਲਦੇ ਰਹਿੰਦੇ ਹਨ, ਉਸ ਤਰ੍ਹਾਂ ਬੰਧਨ ਮੁਕਤ ਥੋੜ੍ਹੀ ਹੁੰਦਾ। ਜੀਂਦੇ ਜੀ ਮਰ ਗਿਆ, ਇਕੱਲਾ ਹੋ ਗਿਆ, ਮਿਟ ਗਿਆ, ਤੇ ਉਹਨੂੰ ਕਹੀਦਾ ਹੈ ਮਰ ਜੀਵੇ ਮਰੀਆ। ਮਰ ਗਿਆ, ਉਹ ਫਿਰ ਜੀਂਦਾ ਹੈ। ਵਾਸਤਵਿਕ ਜੀਵਨ ਉਹਦਾ ਹੈ। ਮਰ ਕੇ ਜਿਹੜਾ ਜੀਂਦਾ ਹੈ ਨਾ, ਉਹ ਜੀਂਦਾ ਹੈ, ਦੂਜੇ ਥੋੜ੍ਹੀ ਕੋਈ ਜੀਂਦੇ। ਦੂਜੇ ਤੇ ਉਹ ਇੱਕ ਦੂਸਰੇ ਦੇ ਸਹਾਰੇ, ਇੱਕ ਦੂਸਰੇ ਦੀ ਸੋਚ ਵਿੱਚ, ਇੱਕ ਦੂਸਰੇ ਦੇ ਖਿਆਲਾਂ ਵਿੱਚ ਜੀ ਰਹੇ। ਆਪਣਾ ਜੀਵਨ ਤਾਂ ਕੋਈ ਜੀ ਨਹੀਂ ਰਿਹਾ। ਤੇ ਦੂਸਰਿਆਂ ਵੱਲ ਧਿਆਨ, ਦੂਸਰਿਆਂ ਦਾ ਤੁਹਾਡੇ ਵੱਲ ਧਿਆਨ, ਤੇ ਇੱਕ ਦੂਸਰੇ ਦੇ ਨਾਲ ਬੰਧੇ ਹੋਏ ਹਨ ਸਾਰੇ। ਤੇ ਬੰਧਨ ਹੈ।
ਤੇ ਬੰਧਨ ਮੁਕਤ ਹੋਣਾ। ਮੋਹ ਦਾ ਬੰਧਨ ਕਹਿ ਲਓ, ਮਮਤਾ ਦਾ ਬੰਧਨ ਕਹਿ ਲਓ, ਤੇ ਬਹੁਤ ਸੂਖਸ਼ਮ, ਐਡੀ ਛੇਤੀ ਛੁੱਟਦਾ ਨਹੀਂ ਹੈ। ਇੰਨਾ ਸਿਖਾਲਾ ਹੁੰਦਾ ਤੇ ਸਾਰੇ ਛੱਡ ਨਾ ਦਿੰਦੇ, ਦੂਰ ਜਾ ਕੇ ਵੀ ਨਹੀਂ ਛੁੱਟਦਾ। ਤੇ ਬਹੁਤ ਗਹਿਰਾ ਪ੍ਰੇਮ ਹੋਵੇ ਤਾਂ ਛੁੱਟ ਸਕਦਾ ਹੈ, ਜਾਂ ਬਹੁਤ ਗਹਿਰੇ ਧਿਆਨ ਦੇ ਵਿੱਚ ਕੋਈ ਜਾਵੇ, ਇਕੱਲਾ ਹੋ ਜਾਵੇ, ਮਿਟ ਜਾਵੇ, ਤਾਂ ਛੁੱਟ ਸਕਦਾ। ਤੇ ਇਕੱਲਾ ਹੋਣਾ ਹੈ। ਤੇ ਜਿਹੜਾ ਇਕੱਲੇ ਹੋਣ ਤੋਂ ਡਰਦਾ ਹੈ ਨਾ, ਸਾਰਿਆਂ ਦੇ ਨਾਲ ਰਹਿਣਾ ਚਾਹੁੰਦਾ ਹੈ, ਉਹ ਧਿਆਨ ਦੇ ਵਿੱਚ ਨਹੀਂ ਜਾ ਸਕਦਾ, ਉਹ ਪ੍ਰਮਾਤਮਾ ਵੱਲ ਨਹੀਂ ਜਾ ਸਕਦਾ। ਇਉਂ ਕਹਿ ਤੇ ਧਿਆਨ ਦੇ ਵਿੱਚ ਉਹ ਜਾ ਸਕਦਾ ਹੈ ਜਿਹੜਾ ਇਕੱਲਾ ਹੋਣ ਤੋਂ ਡਰਦਾ ਨਹੀਂ, ਸਵੀਕਾਰ ਕਰਦਾ ਹੈ ਵੀ ਆਖਰਕਾਰ ਇਕੱਲੇ ਹੋਣਾ, ਮਰਨਾ ਹੀ ਹੈ, ਸਾਰਿਆਂ ਨੂੰ ਛੱਡਣਾ ਹੀ। ਜਦੋਂ ਮਰਨ ਲੱਗਿਆ ਛੱਡਣਾ ਹੈ ਤੇ ਜੀਂਦੇ ਜੀ ਛੱਡ ਕੇ ਦੇਖ ਲਈਏ, ਜੀਂਦੇ ਜੀ ਛੱਡ ਕੇ ਆਨੰਦ ਲੈ ਲਈਏ, ਰਸ ਲੈ ਲਈਏ ਪ੍ਰਭੂ ਦਾ। ਮਰਨ ਵੇਲੇ ਛੱਡਣਾ ਹੈ, 10-20 ਸਾਲ ਬਾਅਦ ਛੱਡਣਾ ਹੈ, ਜਾਂ 30 ਸਾਲ, ਕਿਸੇ ਦੀ ਉਮਰ ਜ਼ਿਆਦਾ ਹੋ, 50 ਸਾਲ ਬਾਅਦ ਛੱਡਣਾ। ਸਾਰਿਆਂ ਨੂੰ ਛੱਡਣਾ ਹੀ ਹੈ, ਪਹਿਲਾਂ ਛੱਡ ਕੇ ਦੇਖੋ ਕਿੰਨਾ ਆਨੰਦ ਹੈ, ਰਸ ਹੈ। ਇਕੱਲੇ ਹੋ ਜਾਓ, ਇਕਾਗਰ ਹੋ ਜਾਓ, ਫਿਰ ਇਕੱਲੇ ਹੋ ਜਾਓ। ਇਕਾਂਤ, ਇਕਾਂਤ ਦਾ ਵੀ ਅਰਥ ਹੈ ਅੰਤ ਵਿੱਚ ਇੱਕ ਰਹਿ ਗਿਆ, ਇਕਾਂਤ ਹੋ ਗਈ। ਤਾਂ ਪਹਿਲਾਂ ਤੇ ਇਕੱਲਾ ਹੋਵੇਗਾ, ਫਿਰ ਇਕਾਂਤ ਹੋ ਜਾਵੇਗਾ, ਅੰਤ ਨੂੰ ਇੱਕੋ ਹੀ ਹੋ ਜਾਵੇਗਾ। ਤੇ ਏਕੋ ਏਕ ਏਕ ਹਰਿ ਆਪ, ਅਨਕ ਜੁਗਤ ਰਚ ਥਾਪ ਉਥਾਪ, ਅਬਨਾਸ਼ੀ ਨਾਹੀਂ ਕਿਛ ਖੰਡ, ਤਾਰਨ ਤਾਰ ਰਹਿ ਬ੍ਰਹਮ। ਫਿਰ ਪਤਾ ਲੱਗਦਾ ਹੈ ਉਹਦਾ। ਤੇ ਬੰਧਨ ਮੁਕਤ ਹੋਣ ਵਾਸਤੇ ਜਿੰਦੇ ਜੀ ਮਰਨਾ ਹੈ, ਮਿਟਣਾ ਹੈ। ਜਿਹੜਾ ਮਿਟਣ ਨੂੰ ਤਿਆਰ ਹੋ ਗਿਆ, ਉਹ ਸਮਰਪਿਤ ਹੋਣ ਨੂੰ ਵੀ ਤਿਆਰ ਹੋ ਗਿਆ। ਜਿਹੜਾ ਇਕੱਲਾ ਹੋਣ ਨੂੰ ਤਿਆਰ ਹੋ ਗਿਆ, ਉਹ ਵੀ ਸਮਰਪਿਤ ਹੋਣ ਨੂੰ ਤਿਆਰ ਹੋ ਗਿਆ। ਉਹ ਹੀ ਸਮਰਪਿਤ ਹੋ ਸਕਦਾ ਜਿਹੜਾ ਇਕੱਲਾ ਹੋ ਗਿਆ, ਇਕਾਗਰ ਹੋ ਗਿਆ, ਇੱਕ ਹੋ ਗਿਆ। ਉਹ ਹੀ ਗਿਆ ਮਿਲਣ ਵਾਸਤੇ, ਇਕੱਲਾ ਹੋ ਗਿਆ। ਫਿਰ ਕਹਿੰਦੇ ਹਨ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ, ਆ ਗਏ ਹੋਏ ਸੋ। ਇਹ ਕਿਉਂ ਕਿਹਾ ਹੋਵੇਗਾ? ਉਹ ਇਸੇ ਕਰਕੇ ਕਿਹਾ ਵੀ ਤੁਸੀਂ ਇਕੱਲੇ ਗਏ ਹੋ, ਹੁਣ ਤੁਸੀਂ ਬਚ ਨਹੀਂ ਸਕਦੇ। ਜਿਹਦੇ ਕੋ ਗਏ ਹੋ ਉਹਨੇ ਮਿਟਾ ਦੇਣਾ ਤੁਹਾਨੂੰ, ਤੇ ਪਿੱਛੇ ਨੂੰ ਨਾ ਨੱਠਿਓ। ਇਹ ਨਾ ਹੋਏ ਮਿਟਣ ਲੱਗੇ ਤੁਸੀਂ ਨੱਠ ਆਓ। ਘਬਰਾਹਟ ਵੀ ਹੁੰਦੀ ਹੈ ਨਾ, ਆਦਮੀ ਮਿਟਣਾ ਥੋੜ੍ਹੀ ਚਾਹੁੰਦਾ, ਵੀ ਘਬਰਾਇਓ ਨਾ। ਹੁਣ ਚੱਲ ਪਏ ਹੋ ਤੇ ਫਿਰ ਸੂਰਮੇ ਬਣੋ। ਸੂਰਾ ਸੋ ਰਣ ਮੈਂ ਜੂਝੇ, ਫਿਰ ਉਹ ਪਿੱਛੇ ਨਹੀਂ ਹਟਦਾ। ਖੇਤ ਨਾ ਛੱਡੇ ਸੂਰਮਾ, ਫਿਰ ਖੇਤ ਛੱਡਦਾ ਨਹੀਂ ਹੈ, ਰਣ ਛੱਡਦਾ ਨਹੀਂ, ਨੱਠਦਾ ਥੋੜ੍ਹੀ। ਸੂਰਮੇ ਬਣੋ, ਫਿਰ ਅੱਗੇ ਜਾਓ, ਪਿੱਛੇ ਨੂੰ ਨਾ ਮੁੜਿਓ। ਫਿਰ ਜੋ ਹੋਣਾ ਹੈ ਹੋਣ ਦੀ। ਤੇ ਫਿਰ ਮਿਟਣਾ ਹੁੰਦਾ ਹੈ। ਫਿਰ ਜਿਹੜਾ ਮਿਟਣ ਨੂੰ ਤਿਆਰ ਹੈ, ਫਿਰ ਉਹਨੂੰ ਹੀ ਉਹਦੀ ਪ੍ਰਾਪਤੀ ਹੋ ਜਾਂਦੀ। ਆਪ ਗਵਾਈਏ ਤਾਂ ਸਹੁ ਪਾਈਏ, ਅਵਰ ਕੈਸੀ ਚਿਤਰਾਈ।